ਸੋ ਜਪਜੀ ਸਾਹਿਬ ਦੀ ਲੜੀਵਾਰ ਕਥਾ ਦੇ ਵਿੱਚ ਜੋ ਆਪਾਂ ਹਾਜ਼ਰੀ ਭਰ ਰਹੇ ਹਾਂ 11ਵੀਂ ਪੌੜੀ ਸ਼ਰਵਣ ਦਾ ਮਹਾਤਮ ਜੋ ਸਿੱਧਾਂ ਦੇ ਤਾਈ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਸੋ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ। ਇਹ ਪਾਵਨ ਤੁਕਾਂ ਚਾਰੇ ਪੌੜੀਆਂ ਵਿੱਚ ਬਾਰ-ਬਾਰ ਆਈਆਂ। ਇਹਨਾਂ ਦੀ ਆਪਾਂ ਖੁੱਲ੍ਹ ਕੇ ਥੋੜ੍ਹੀ ਵਿਚਾਰ ਕੀਤੀ ਹੈ। ਭਗਤ 9 ਪ੍ਰਕਾਰ ਦੀ ਭਗਤੀ ਉਪਰੰਤ ਸੁਣਿਆ ਦੁਖ ਪਾਪ ਕਾ ਨਾਸ਼। 3 ਪ੍ਰਕਾਰ ਦੇ ਦੁੱਖ ਨੇ, ਆਦਿ ਵਿਆਧੀ ਉਪਾਧੀ। ਇਹ ਆਪਾਂ ਪਹਿਲਾਂ ਹੀ ਸਰਵਣ ਕੀਤਾ ਹੋਇਆ। ਇਹ ਤਿੰਨੇ ਤਾਪ ਨਿਵਾਰਨ ਹਰ, ਦੁੱਖ ਹੰਤਾ, ਸੁਖ ਰਾਸ। ਇਹਨਾਂ 3 ਪ੍ਰਕਾਰ ਦੇ ਤਾਪ ਜੋ ਦੁੱਖ ਚੰਬੜੇ ਹੋਏ ਨੇ ਜੀਵ ਨੂੰ, ਇਹਨਾਂ ਤੋਂ ਨਿਵਰਤੀ ਨਾਮ ਕਰਦਾ ਹੈ। ਨਾਮ ਸੁਣਨ ਦੇ ਨਾਲ ਤਿੰਨੇ ਹੀ ਸਮਾਪਤ ਹੋ ਜਾਂਦੇ। ਸੋ ਪਾਪ 10 ਪ੍ਰਕਾਰ ਦੇ ਮਹਾਂਪਾਪ ਮੰਨੇ ਗਏ ਨੇ। ਮਹਾਂਭਾਰਤ ਜੋ ਗ੍ਰੰਥ ਹੈ ਉਹਦੇ ਅਨੁਸਾਰ 10 ਪਾਪ, ਗੁਰਮਤਿ ਦੇ ਅਨੁਸਾਰ ਵੀ ਪਾਪ ਨੇ, ਉਹ ਵੀ ਸਰਵਣ ਕਰਾਂਗੇ। ਰਹਿਤਨਾਮਿਆਂ ਦੇ ਅਨੁਸਾਰ 4 ਪਾਪ ਵੱਡੇ ਹੈ। ਸੋ ਇਸੇ ਤਰ੍ਹਾਂ ਇਹ ਸਾਰੇ ਥੋੜ੍ਹਾ ਖੁੱਲ੍ਹ ਕਰਕੇ ਵਿਚਾਰ ਕਰਾਂਗੇ ਜੋ ਸਮਝ ਆ ਜਾਵੇ ਅਤੇ ਇਹਨਾਂ ਪਾਪਾਂ ਤੋਂ ਬਚਾਅ ਕਰਨ ਦੇ ਵਾਸਤੇ ਫਿਰ ਮਨ ਨੂੰ ਗਿਆਨ ਹੋ ਜਾਊ। ਕਿਉਂਕਿ ਗਿਆਨ ਜ਼ਰੂਰੀ ਹੁੰਦਾ ਕਿਸੇ ਵੀ ਚੀਜ਼ ਦਾ। ਗਿਆਨ ਤੋਂ ਬਗੈਰ ਉਸ ਤੋਂ ਛੁਟਕਾਰਾ ਨਹੀਂ ਪਾ ਸਕਦੇ। ਸੋ ਇਹ 10 ਪ੍ਰਕਾਰ ਦੇ ਪਾਪ ਗਿਆਨ ਹੋ ਜਾਵੇਗਾ ਅਤੇ ਮਦਦ ਮਿਲੇਗੀ ਮਨ ਨੂੰ ਇੱਧਰ ਨੂੰ ਨਾਮ ਜਪਣ ਵਾਲੇ ਪਾਸੇ ਨੂੰ ਬਿਰਤੀ ਜੁੜਨ ਦੇ ਵਾਸਤੇ ਅਤੇ ਇਹਨਾਂ ਤੋਂ ਬਚਾਅ ਕਰਨ ਦੇ ਵਾਸਤੇ। ਤਾਂ ਕਰਕੇ ਥੋੜ੍ਹਾ ਖੁੱਲ੍ਹ ਕੇ ਇਹਦੀ ਵਿਚਾਰ ਕਰਾਂਗੇ। ਪਹਿਲਾ ਪਾਪ ਜੋ ਹਿੰਸਾ ਹੁੰਦਾ ਝਗੜਾ, ਲੜਾਈ ਕਰਨੀ, ਮਾਰ ਧਾੜ ਕਰਨੀ। ਇਹ ਕਈ ਪ੍ਰਕਾਰ ਦੇ ਨਾਲ ਜੀਵ ਕਰਦੇ ਹਿੰਸਾ। ਪਹਿਲੀ ਤੇ ਧਰਮ ਦੇ ਨਾਲ ਜੋੜ ਕਰਕੇ ਹੀ ਬਹੁਤ ਹਿੰਸਾ ਹੁੰਦੀ ਪੁਰਾਤਨ ਸਮੇਂ ਤੋਂ, ਹੁਣ ਨਹੀਂ ਪਹਿਲਾਂ ਤੋਂ। ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਸਾਹਮਣੇ ਪੱਥਰ ਦੀ ਮੂਰਤੀ ਹੈ ਅਤੇ ਜੱਗ ਕਰਦੇ ਬਲੀ ਦਿੰਦੇ ਹੈ ਸੋ ਪਸ਼ੂਆਂ ਦੀ। ਕਹਿੰਦੇ ਅਸੀਂ ਅਸ਼ਵਮੇਧ ਜੱਗ ਕੀਤਾ। ਅਸ਼ਵ ਹੁੰਦਾ ਘੋੜਾ। ਪਹਿਲਾਂ ਜੱਗ ਕਰਨਾ, ਮੰਤਰਾਂ ਦਾ ਜਾਪ ਕਰਨਾ, ਵੇਦਾਂ ਦਾ ਪੁੰਨ ਦਾਨ ਕਰਨ ਵਾਸਤੇ ਰਸਤ ਪਾਣੀ ਇਕੱਠਾ ਕਰਨਾ, ਇੰਨਾ ਖਰਚਾ, ਅਤੇ ਮਗਰੋਂ ਘੋੜੇ ਦੀ ਬਲੀ ਦੇ ਦੇਣੀ। ਇਹਨੂੰ ਕਹਿੰਦੇ ਅਸ਼ਵਮੇਧ ਜੱਗ ਕੀਤਾ। ਰਾਮ ਚੰਦਰ ਜੀ ਨੇ ਇਹਦੀ ਸੋ ਨਿਖੇਧੀ ਕੀਤੀ ਸੀ। ਉਹਨਾਂ ਨੇ ਜਦੋਂ ਜੱਗ ਕਰਾਇਆ ਆਖਿਆ ਅਸੀਂ ਨਹੀਂ ਵੱਢਣਾ, ਅਸੀਂ ਇਸ ਮਰਜ਼ਾਦਾ ਨੂੰ ਨਹੀਂ ਅੱਗੇ ਚੱਲਣ ਦੇਵਾਂਗੇ। ਰਾਮ ਚੰਦਰ ਜੀ ਨੇ ਉਦੋਂ ਨਹੀਂ ਆਪਣੇ ਰਾਜ ਵਿੱਚ ਇਹ ਹੋਣ ਦਿੱਤਾ। ਬਾਅਦ ਵਿੱਚ ਫਿਰ ਕਈ ਕੁਛ ਹੁੰਦਾ ਰਿਹਾ। ਸੋ ਗਊ ਮੇਧ ਜੱਗ ਕਰਨਾ, ਗਊ ਦੀ ਬਲੀ ਦੇਣੀ, ਗੈਂਡੇ ਦੀ ਬਲੀ ਦੇਣੀ। ਇਸ ਤਰ੍ਹਾਂ ਪਸ਼ੂਆਂ ਦੀ ਬਲੀ ਦੇ ਕਰਕੇ ਮੂੰਹ ਦੇ ਸਵਾਦ ਆਪਣੇ ਅਤੇ ਬਹਾਨਾ ਜਿਹੜਾ ਪਰਮੇਸ਼ਰ ਦਾ ਬਣਾ ਕਰਕੇ, ਰੱਬ ਨੂੰ ਖੁਸ਼ ਕਰਨ ਦਾ ਬਣਾ ਕਰਕੇ, ਆਪਣੇ ਸੁੱਖ ਵਾਸਤੇ ਜੀਵਾਂ ਦੀ ਸੋ ਸਵਾਦ ਦੇ ਵਾਸਤੇ ਜੀਵਾਂ ਦੇ ਭੋਲੇ ਭਾਲੇ ਜੀਵਾਂ ਦੀ ਕੁਰਬਾਨੀ ਹਿੰਸਾ ਧਰਮ ਦੇ ਨਾਂ 'ਤੇ ਇਹ ਬਹੁਤ ਪੁਰਾਤਨ ਸਮੇਂ ਤੋਂ ਹੁੰਦੀ ਆਈ ਹੈ। ਜੱਗ ਆਦਿਕਾਂ ਦੇ ਵਿੱਚ ਐਸੀ ਕਰਨੀ। ਗੈਂਡਾ ਮਾਰ ਹੋਮ ਜਗ ਕੀਏ ਦੇਵਤਿਆਂ ਕੀ ਬਾਣੀ। ਦੇਵਤਿਆਂ ਨੂੰ ਖੁਸ਼ ਕਰਨ ਦੇ ਵਾਸਤੇ ਗੈਂਡੇ ਦੀ ਬਲੀ ਦੇਣੀ, ਘੋੜੇ ਦੀ ਬਲੀ ਦੇਣੀ, ਹਾਥੀ ਦੀ। ਉਹਨੂੰ ਗੱਜਮੇਧ ਕਹਿੰਦੇ ਸੀ। ਗੱਜਮੇਧ ਜੱਗ ਕੀਤਾ ਜੀ ਅਸੀਂ। ਪਹਿਲਾਂ ਪੁੰਨਦਾਨ ਕਰਨ ਵਾਸਤੇ ਖਰਚਾ ਕਰਨਾ, ਵੇਦਾਂ ਦੇ ਮੰਤਰ ਪੜ੍ਹਨੇ ਅਤੇ ਮਗਰੋਂ ਕੁਕਰਮ ਕਰ ਦੇਣਾ, ਸਾਰਾ ਹੀ ਮਿੱਟੀ ਵਿੱਚ। ਸੋ ਇਹਦੇ ਵਾਸਤੇ ਬਾਣੀ ਦੇ ਵਿੱਚ ਬੜੇ ਥਾਂ 'ਤੇ ਮਹਾਰਾਜ ਨੇ ਡੱਕਿਆ ਹੋਇਆ ਇਸ ਹਿੰਸਾ ਦੇ ਪਾਪ ਤੋਂ ਵੀ ਇਹ ਪਾਪ ਭਾਈ ਤੂੰ ਨਹੀਂ ਕਰਨਾ ਹੈ। ਜੇ ਹੋ ਗਿਆ ਫਿਰ ਨਾਮ ਨਾਲ ਜੁੜ ਜਾ। ਜੇ ਬਚਣਾ ਅੰਤ ਕਾਲ ਕੋ ਭਾਰੀ ਫਿਰ ਬੜਾ ਹੁੰਦਾ ਬਾਅਦ ਵਿੱਚ, ਪਹਿਲਾਂ ਨਹੀਂ ਪਤਾ ਲੱਗਦਾ, ਬਾਅਦ ਵਿੱਚ ਪਤਾ ਲੱਗਦਾ ਫਿਰ। ਸੋ ਨਾਮ ਦੇ ਨਾਲ ਜੁੜ ਜਾਏ ਅਤੇ ਨਾਲੇ ਪਾਪ ਲੈ ਜਾਓ। ਉਸ ਤਰ੍ਹਾਂ ਗੁਰੂ ਸਾਹਿਬ ਦੀ ਕਿਰਪਾ ਨਾਲ ਗੁਰੂ ਦਿਆਲੂ ਹੋ ਜਾਵੇ, ਕਿਰਪਾਲੂ ਹੋ ਜਾਵੇ, ਫਿਰ ਬਖਸ਼ ਲੈਂਦਾ ਹੈ। ਸੋ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੈ ਜੀਓ ਦੇਵੇ। ਇਹ ਮਿੱਟੀ ਦੇ
ਪੱਥਰਾਂ ਦੇ ਬਣਾ ਕਰਕੇ ਮੂਰਤੀਆਂ ਦੇਵੀ ਦੇਵਤਿਆਂ ਨੇ, ਉਹਨਾਂ ਦੇ ਅੱਗੇ ਪਸ਼ੂਆਂ ਦੀ ਬਲੀ ਦੇਣੀ। ਤਿਸ ਆਗੈ ਜੀਉ ਦੇ ਜੀਵਾਂ ਦੀ ਬਲੀ, ਸੋ ਸਰ ਜੀਉ ਕਾਟਗੇ ਨਿਰ ਜੀਉ ਪੂਜਗੇ ਅੰਤ ਕਾਲ ਕਾ ਭਾਰੀ। ਜਿਹੜੇ ਤੇ ਜੀਵਦੇ ਆ ਸਰ ਜੀ, ਉਹਨਾਂ ਨੂੰ ਕੱਟੀ ਜਾਂਦੇ, ਵੱਢੀ ਜਾਂਦੇ ਨੇ ਜੀਵਾਂ ਦੇ ਸਵਾਦ ਵਾਸਤੇ। ਪਰਮੇਸ਼ਰ ਵੀ ਇਹਦੇ ਨਾਲ ਖੁਸ਼ ਹੁੰਦਾ। ਨਿਰ ਜੀਉ ਪੂਜਾਂਗੇ, ਜਿਨ੍ਹਾਂ ਅੰਦਰ ਜਾਣ ਨਹੀਂ, ਮੂਰਤੀਆਂ ਅੰਦਰ ਉਹਨਾਂ ਨੂੰ ਪੂਜੀ ਜਾਂਦੇ। ਅੰਤ ਕਾਲ ਕਾ ਭਾਰੀ, ਅੰਤ ਕਾਲ ਨੂੰ ਫਿਰ ਭਾਈ ਭਾਰੀ ਸਮਾਂ ਤੁਹਾਡੇ 'ਤੇ ਸੰਕਟ ਦਾ ਆਉਣ ਵਾਲਾ ਹੈ। ਇਹਦਾ ਬਚਾਅ ਫਿਰ ਕੌਣ ਕਰੂ, ਕੌਣ ਬਚਾਊ ਤੁਹਾਨੂੰ? ਅੰਤਲਾ ਸਮਾਂ ਵਿਗਾੜਦੇ। ਤਾਂ ਕਰਕੇ ਬਾਣੀ ਡੱਕਦੀ ਇਹਨਾਂ ਕੰਮਾਂ ਤੋਂ। ਬਿਨਾਂ ਕਾਰਨ ਤੋਂ ਕਿਸੇ ਜੀਵ ਦੀ ਜਾਨ ਲੈਣ ਦਾ ਹੱਕ ਜੀਵ ਨੂੰ ਨਹੀਂ ਹੈ, ਬਿਨਾਂ ਕਾਰਨ ਤੋਂ। ਸੋ ਇਹ ਸਭਨਾ ਜੀਵਾਂ ਦੇ ਅੰਦਰ ਪਰਮਾਤਮਾ ਵਾਹਿਗੁਰੂ ਹੈ। ਦਇਆ ਨੂੰ ਕਮਾਉਣਾ ਹੈ, ਦਇਆ ਧੌਲ ਧਰਨ ਦਇਆ ਕਾ ਪੂਤ। ਇੱਧਰ ਨੂੰ ਬਾਣੀ ਪ੍ਰੇਰਨਾ ਕਰਦੀ ਹੈ। ਦਇਆ ਕਮਾਉਣ ਦੇ ਨਾਲ ਕਿੰਨੀ ਸ਼ਾਂਤੀ ਆਉਂਦੀ ਅਤੇ ਕਿੰਨੀ ਅੰਦਰ ਦੀ ਤਰੱਕੀ ਹੁੰਦੀ ਆਤਮਾ ਦੀ, ਇਹ ਦਇਆ ਵਾਲਿਆਂ ਨੂੰ ਪਤਾ। ਅਤੇ ਹਿੰਸਾ ਨੂੰ ਕਮਾ ਕਰਕੇ ਅੰਦਰੋਂ ਕਿੰਨਾ ਕੁਝ ਨੀਵਾਂ ਹੋ ਜਾਂਦਾ, ਥੱਲੇ ਡਿੱਗ ਪੈਂਦਾ, ਉਹਨਾਂ ਨੂੰ ਆਪਣੇ ਆਪ ਨੂੰ ਪਤਾ ਨਹੀਂ ਲੱਗਦਾ। ਬਾਹਰੋਂ ਫਿਰ ਸਾਰਾ ਕੁਝ ਵਿਗੜੀ ਜਾਂਦਾ, ਸੁਭਾਅ ਵੀ ਵਿਗੜ ਗਿਆ, ਬੁੱਧੀ ਵੀ ਵਿਗੜ ਗਈ। ਫਿਰ ਜੋ ਬੋਲਣਾ ਹੈ ਉਹ ਵੀ ਬੋਲ ਚਾਲ ਵੀ ਵਿਗੜ ਜਾਂਦਾ, ਕਿਉਂਕਿ ਜੈਸੇ ਕਰਮ ਹੁੰਦੇ ਉਸਾ ਹੀ ਸਰੀਰ ਦਾ ਸੋ ਰਹਿਣਾ ਬਹਿਣਾ ਹੋ ਜਾਂਦਾ। ਉਵੇਂ ਉਵੇਂ ਫਿਰ ਸਾਰਾ ਹੀ ਪਰਿਵਾਰ ਵਿੱਚ ਅਸ਼ਾਂਤੀ, ਗਾਂ ਬੱਚਿਆਂ ਵਿੱਚ ਅਸ਼ਾਂਤੀ, ਜਿੱਥੇ ਜਿੱਥੇ ਵਿਚਰਦਾ ਉੱਥੇ ਉੱਥੇ ਸਾਰਾ ਕੁਝ ਵਿਗੜੀ ਜਾਂਦਾ। ਫਿਰ ਕਿਉਂ ਕਰਕੇ ਕਰਮ ਹੀ ਐਸੇ ਕੀਤੇ ਹੋਏ, ਉਹ ਆਨੰਦ ਸਾਰਾ ਹੀ ਗਵਾਚ ਜਾਂਦਾ। ਆਨੰਦ ਕਿੱਥੋਂ ਆਉਣਾ? ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਉਹ ਆਨੰਦ ਕਿੱਥੋਂ ਆਉਣਾ? ਫਿਰ ਆਨੰਦ ਤਾਂ ਆਵੇਗਾ ਦਇਆ ਨੂੰ ਕਮਾਉਣ ਦੇ ਨਾਲ, ਅੰਦਰ ਦੀ ਤਰੱਕੀ ਹੋਵੇ, ਆਤਮਾ ਦੇ ਤਲ 'ਤੇ ਕੁਝ ਪ੍ਰਾਪਤ ਹੋ ਅਵਸਥਾ ਬਣੀ ਹੋਵੇ, ਗੁਰੂ ਸਾਹਿਬ ਦੇ ਬਚਨ ਮੰਨਿਆ ਅਵਸਥਾ ਬਣਦੀ ਹੈ। ਸੋ ਤਾਂ ਕਰਕੇ ਮਹਾਰਾਜ ਜੀ ਇਸ ਪਾਪ ਤੋਂ ਡੱਕਦੇ ਨੇ। ਰਾਮ ਨਾਮ ਕੀ ਗਤ ਨ ਜਾਨੀ ਭੈ ਡੂਬੇ ਸੰਸਾਰੀ। ਜਿਨ੍ਹਾਂ ਨੇ ਹਿੰਸਾ ਆਦਿਕ ਕਰਮਾਂ ਵਿੱਚ ਖਚਿਤ ਹੋ ਕਰਕੇ ਉਹ ਪਰਮਾਤਮਾ ਵਾਹਿਗੁਰੂ ਦੇ ਰਾਮ ਨਾਮ ਦੀ ਗਤ ਨੂੰ ਜਾਣਿਆ ਹੀ ਨਹੀਂ। ਉਹ ਮਿਲਦਾ ਕਿਸ ਤਰ੍ਹਾਂ? ਉਹਦੀ ਦਇਆ ਦੇ ਨਾਲ ਮਿਲਦਾ ਹੈ ਭਾਈ। ਸੋ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ, ਉੱਥੇ ਦਇਆ ਨੂੰ ਪ੍ਰਵਾਨ ਕਰਦਾ ਹੈ। ਫਿਰ ਆਪਾਂ ਪਰਮਾਤਮਾ ਤੋਂ ਬੇਮੁਖ ਹੁੰਦੇ ਹਾਂ ਜੇ ਆਪਣੀ ਮਰਜ਼ੀ ਕਰਦੇ ਹਾਂ। ਸੋ ਤਾਂ ਕਰਕੇ ਰਾਮ ਨਾਮ ਦੀ ਗਤ ਨੂੰ ਨਹੀਂ ਜਾਣਿਆ ਹੈ, ਤਾਂ ਕਰਕੇ ਇੱਧਰ ਨੂੰ ਲੱਗ ਗਿਆ। ਇੱਧਰ ਨੂੰ ਲੱਗ ਗਿਆ, ਹੁਣ ਗਤ ਕਿੱਥੋਂ ਜਾਣੇਗਾ? ਫਿਰ ਰਾਮ ਨਾਮ ਦੀ ਗਤ ਜਿਹੜੀ ਹੈ ਸ਼ੁਭ ਕਰਮਾਂ ਦੇ ਨਾਲ ਅਤੇ ਸ਼ੁੱਧੀ ਦੇ ਨਾਲ ਆਉਂਦੀ। ਭੈ ਡੂਬੇ ਸੰਸਾਰੀ, ਸੰਸਾਰ ਦੇ ਜਿੰਨੇ ਭੈ ਹੈ ਸਾਰੇ ਫਿਰ ਚੰਬੜ ਜਾਣੇ ਅਤੇ ਇਹਦੇ ਵਿੱਚ ਹੀ ਉਹਨੇ ਡੁੱਬ ਜਾਣਾ। ਸੋ ਇਸ ਪ੍ਰਕਾਰ ਦੇ ਨਾਲ ਇਹ ਹਿੰਸਾ ਜਿਹੜੀ ਹੈ ਇਹ ਤੋਂ ਬਚਣਾ। ਹਿੰਸਾ ਕਰਨ ਵਾਲਾ ਜਿਹੜਾ ਕਦੀ ਦਇਆ ਨਹੀਂ ਕਮਾ ਸਕਦਾ, ਉਹਦੇ ਅੰਦਰ ਕਰੁਣਾ ਹੌਲੀ ਹੌਲੀ ਹਰੇਕ ਪ੍ਰਕਾਰ ਨਾਲ ਖਤਮ ਹੋ ਜਾਂਦੀ। ਦਿਨੋਂ ਦਿਨ ਜਿਵੇਂ ਜਿਵੇਂ ਉਹ ਹਿੰਸਾ ਨੂੰ ਕਮਾਉਂਦਾ, ਅੰਦਰੋਂ ਜੋ ਭਾਵਨਾ ਦਇਆ ਦੀ ਹੈ ਨਾ ਜੀਵਾਂ ਉੱਪਰ, ਉਹ ਦਿਨੋਂ ਦਿਨ ਘਟਦੀ ਪੱਥਰ ਹੋ ਜਾਂਦਾ। ਫਿਰ ਉਹਦੇ ਅੰਦਰ ਫਿਰ ਉਹ ਖੇੜਾ ਨਹੀਂ ਰਹਿ ਜਾਂਦਾ। ਇਹ ਸਾਰਾ ਕੁਝ ਸਮਾਪਤ ਹੋ ਜਾਂਦਾ ਹੈ ਅੰਦਰੋਂ। ਸੋ ਕਬੀਰ ਸਾਹਿਬ ਜੀ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕਈ ਪ੍ਰਮਾਣ ਜਿਹੜੇ ਹੈ ਬਾਣੀ ਵਿੱਚ ਦਿੱਤੇ ਹੋਏ। ਕਬੀਰ ਜੋਰ ਕੀਏ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਇਸ ਪ੍ਰਕਾਰ ਨਾਲ ਜੀਆਂ ਨੂੰ ਜੋਰ ਕਰਕੇ ਉਹਨਾਂ ਨੂੰ ਮਾਰਨਾ, ਉਹਨਾਂ ਉੱਪਰ ਤਸ਼ੱਦਦ ਕਰਨਾ। ਸੋ ਲੈ ਜਵਾਬ ਖੁਦਾਏ ਨਾ ਵੇਖੀ ਮੇਰੀ ਤਰ੍ਹਾਂ ਕਿਤੇ ਲੇਖਾ ਨਹੀਂ ਹੋਣਾ ਜਾਂ ਤੈਨੂੰ ਕਿਸੇ ਨੇ ਪੁੱਛਣਾ ਨਹੀਂ। ਖੁਦਾ ਨੇ ਪਰਮਾਤਮਾ ਨੇ ਜਵਾਬ ਜ਼ਰੂਰ ਮੰਗਣਾ, ਉਦੋਂ ਤੇਰੇ ਕੋਲ ਜਵਾਬ ਨਹੀਂ ਦਿੱਤਾ ਜਾਣਾ। ਅੰਤ ਕਾਲ ਕੋ ਭਾਰੀ, ਬਾਅਦ 'ਚ ਪਤਾ ਲੱਗਦਾ, ਪਹਿਲਾਂ ਨਹੀਂ। ਪਹਿਲਾਂ ਤਾਂ ਜੀਵਨ ਵਿਗੜਦਾ ਹੈ, ਸੋ ਦੁੱਖ ਨੂੰ ਫਿਰ ਝੱਲਣਾ ਪੈਂਦਾ ਜੀਵਨ ਵਿੱਚ, ਪਰ ਅੰਤ ਕਾਲ ਨੂੰ ਬਹੁਤ ਭਾਰੀ ਸੰਕਟ ਫਿਰ ਝੱਲਣਾ ਪੈਂਦਾ। ਇਸ ਪ੍ਰਕਾਰ ਦੇ ਨਾਲ ਮਹਾਰਾਜ ਜੀ ਇਸ ਪਾਪ ਤੋਂ ਵਰਜਨਾ ਕਰਦੇ ਨੇ ਅਤੇ ਗੁਰੂ ਸਾਹਿਬ ਦਇਆ ਧਰਮ ਸਹਿਣਸ਼ੀਲਤਾ ਨੂੰ ਇਹਨੂੰ ਅਪਣਾਉਣ ਵਾਸਤੇ ਸਤਿਗੁਰੂ ਸੋ ਪ੍ਰੇਰਨਾ ਦਿੰਦੀ ਹੈ ਬਾਣੀ। ਗੁਰੂ ਜੀ ਹਿੰਸਾ ਤੋਂ ਬਚਣ ਵਾਸਤੇ ਉਪਦੇਸ਼ ਦਿੰਦੇ, ਨਾ ਕਿ ਹਿੰਸਾ ਕਰਨ ਵਾਸਤੇ। ਹਿੰਸਾ ਕਰਨ ਵਾਲਾ ਨਹੀਂ, ਮਹਾਰਾਜ ਜੀ ਨੂੰ ਪ੍ਰਵਾਨ ਦਇਆ ਕਰਨ ਵਾਲਾ ਪ੍ਰਵਾਨ ਕੀਤਾ ਹੋਇਆ ਬਾਣੀ ਨੇ। ਸੋ ਤਾਂ ਕਰਕੇ ਇਹ ਪਹਿਲਾ ਪਾਪ ਜਿਸ ਤੋਂ ਬਚਣਾ।
ਸੋ ਬਾਟ ਪਾਰ ਕਰ ਮੂਸ ਬਰਾਲੋ ਪੇਟ ਭਰੈ ਅਪਰਾਧੀ। ਜਿਹ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ। ਇਸ ਪ੍ਰਕਾਰ ਨਾਲ ਆਪਣਾ ਪੇਟ ਭਰਨ ਦੇ ਵਾਸਤੇ ਕਈ ਤਰ੍ਹਾਂ ਦੀ ਠੱਗੀ ਕਰਦੇ, ਮਾਰ ਧਾੜ ਕਰਦੇ। ਸੋ ਬਹੁਤੀ ਮਾਇਆ ਨੂੰ ਇਕੱਠੀ ਕਰਨ ਵਾਸਤੇ ਕਿਸੇ ਦਾ ਕਤਲ ਤੱਕ ਕਰ ਦਿੰਦੇ, ਹਿੰਸਾ ਪੇਟ ਭਰਨ ਦੇ ਵਾਸਤੇ। ਜਿਹ ਪਰਲੋਕ ਜਾਏ ਅਪਕੀਰਤ, ਜਿਨ੍ਹਾਂ ਕਰਮਾਂ ਦਾ ਕਰਕੇ ਪਰਲੋਕ ਵਿੱਚ ਸਾਡੀ ਬਦਨਾਮੀ ਹੋਵੇ, ਉੱਥੇ ਮੂੰਹ 'ਤੇ ਥੁੱਕਾਂ ਪੈਣ ਦਰਗਾਹ ਦੇ ਵਿੱਚ, ਉਹ ਕਰਮ ਕਰਨਾ ਹੀ ਕਿਉਂ ਭਾਈ। ਜਿਹ ਪਰਲੋਕ ਜਾਏ ਅਪਕੀਰਤ, ਪਰਲੋਕ ਵਿੱਚ ਜਾ ਕਰਕੇ ਬਦਨਾਮੀ ਹੋਵੇ, ਸੋਈ ਅਵਿਦਿਆ ਸਾਧੀ। ਉਹ ਭਈ ਇਹ ਕਿਹੋ ਜਿਹੀ ਅਵਿਦਿਆ, ਆ ਗਿਆਨ ਨੂੰ ਧਾਰਨ ਕੀਤਾ ਹੋਇਆ ਤੂੰ, ਇਹ ਤੋਂ ਬਚਣਾ ਕਰ। ਬਾਣੀ ਤੇ ਬਚਾਉਂਦੀ ਹੈ, ਜੇ ਵਿਚਾਰ ਕਰੀਏ, ਜੇ ਪੜ੍ਹੀਏ ਤੇ। ਸੋ ਹਿੰਸਾ ਤਾਂ ਮਨ ਤੇ ਨਹੀਂ ਛੁੱਟੀ, ਜੀ ਦਇਆ ਨਹੀਂ ਪਾਲੀ। ਹਿੰਸਾ ਮਨ ਦੇ ਉੱਤੋਂ ਇਹ ਲਾਹੁਣਾ ਨਹੀਂ ਕੀਤੀ ਹੈ, ਇਸ ਵਿਕਾਰ ਨੂੰ ਪਾਸੇ ਨਹੀਂ ਤੂੰ ਕੀਤਾ ਹੈ। ਬਾਣੀ ਦੇ ਨਾਲ ਗੁਰੂ ਉਪਦੇਸ਼ ਨੂੰ ਮੰਨ ਕਰਕੇ ਜੀਆਂ ਉੱਪਰ ਦਇਆ ਕਰਨੀ, ਇਹ ਗੁਣ ਨੂੰ ਤੂੰ ਪਾਲਿਆ ਹੀ ਨਹੀਂ ਆਪਣੇ ਅੰਦਰ। ਫਿਰ ਪਰਮਾਤਮਾ ਕਿੱਥੋਂ ਲੱਭਦਾ ਫਿਰ ਭਾਈ। ਫਿਰ ਪਰਮਾਤਮਾ ਤੇਰੇ ਨੇੜੇ ਤੇੜੇ ਕਿੱਥੇ। ਸੋ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ। ਸੋ ਗੁਰੂ ਕੀ ਸੰਗਤ ਨਹੀਂ ਕੀਤੀ, ਗੁਰੂ ਕੀ ਸੰਗਤ ਵਿੱਚ ਜਾਇਆ ਕਰੋ। ਜਿਨ੍ਹਾਂ ਨੂੰ ਇਹ ਰੋਗ ਚੰਬੜੇ ਹੋਏ ਨੇ, ਗੁਰੂ ਕੀ ਸੰਗਤ ਨਿਤਾ ਪ੍ਰਤ ਕਰਨੀ। ਸੋ ਕਥਾ ਪੁਨੀਤ ਨਾ ਚਾਲੀ, ਜਿਨ੍ਹਾਂ ਦੇ ਅੰਦਰ ਪੁਨੀਤ ਕਰਨ ਵਾਲੀ, ਪਵਿੱਤਰ ਕਰਨ ਵਾਲੀ ਕਥਾ ਉਪਦੇਸ਼ ਜਿਨ੍ਹਾਂ ਨੇ ਨਹੀਂ ਸੁਣਿਆ ਹੈ ਭਾਈ, ਉਹ ਕਿੱਥੋਂ ਪ੍ਰਵਾਨ ਹੋ ਜਾਣਗੇ। ਵੀ ਤੂੰ ਉਹਦੇ ਹਿੰਸਾ ਨੂੰ ਕਮਾਇਆ ਹੋਇਆ, ਦਇਆ ਦਾ ਸ਼ੁਭ ਗੁਣ ਪਾਲਿਆ ਨਹੀਂ, ਨਾ ਸਾਧ ਸੰਗਤ ਕੀਤੀ ਹੈ, ਨਾ ਕਥਾ ਪੁਨੀਤ ਜੋ ਪਵਿੱਤਰ ਕਰਨ ਵਾਲੀ ਕਥਾ ਆਦਿਕ ਉਪਦੇਸ਼ ਬਾਣੀ ਦੀ ਵਿਚਾਰ, ਨਾ ਤੂੰ ਉਹਨੂੰ ਸਰਵਣ ਕਦੇ ਕੀਤਾ ਹੈ। ਫਿਰ ਸੁੱਖ ਕਿੱਥੋਂ ਲੱਭਦਾ ਹੈ ਭਾਈ ਤੂੰ। ਦੁੱਖਾਂ ਨਾਲ ਤੇ ਆਪ ਜਿਹੜੀ ਹੈ ਇਹ ਸੋ ਸੰਬੰਧ ਬਣਾਇਆ ਹੋਇਆ, ਦੁੱਖਾਂ ਦੇ ਨਾਲ ਸੰਬੰਧ ਤੇ ਆਪ ਬਣਾਇਆ ਹੋਇਆ, ਤੇ ਸੁੱਖ ਕਿੱਥੋਂ। ਸੋ ਤਾਂ ਕਰਕੇ ਮਹਾਰਾਜ ਜੀ ਐਸੇ ਇਹ ਕਰਮ ਤੋਂ ਵਰਜਨਾ ਕਰਦੇ ਨੇ। ਸਤਿਗੁਰਾਂ ਦਾ ਤਾਂ ਪ੍ਰਮਾਣ ਹੈ, ਜੀਵ ਅਹਿੰਸਾ ਧਰਮ ਹੈ। ਸੋ ਵੱਡੇ ਵੱਡੇ ਵਿਦਵਾਨਾਂ ਨੇ, ਮਹਾਂਪੁਰਸ਼ਾਂ ਨੇ, ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾਇਆ ਹੋਇਆ, ਸਾਰਿਆਂ ਦੇ ਵਿਚਾਰੇ ਹੈ। ਸਭ ਸਹਿਣਸ਼ੀਲਤਾ ਵਾਲੇ, ਸ਼ਾਂਤੀ ਸੁਭਾਅ ਵਾਲੇ, ਸੋ ਦਇਆ ਧਰਮ ਨੂੰ ਕਮਾਉਣ ਵਾਲੇ ਹੋਏ ਨੇ ਜਿੰਨੇ ਵੀ ਮਹਾਂਪੁਰਸ਼ ਹੋਏ। ਸੋ ਜੀਵ ਅਹਿੰਸਾ ਧਰਮ ਹੈ। ਸ੍ਰੇਸ਼ਟ ਪੁਰਖ ਪਖੰਤ। ਜੀਵ ਦਾ ਧਰਮ ਜਿਹੜਾ ਅਹਿੰਸਾ, ਅਹਿੰਸਾ ਹੁੰਦੀ ਹੈ ਦਇਆ, ਹਿੰਸਾ ਹੁੰਦੀ ਹੈ ਸੋ ਕ੍ਰੋਧ ਦੇ ਵਸ ਹੋ ਕਰਕੇ ਸੋ ਝਗੜਾ ਆਦਿ ਨੂੰ ਕਮਾਉਣਾ, ਅਹਿੰਸਾ। ਜੀਵ ਦਾ ਧਰਮ ਤੇ ਅਹਿੰਸਾ ਦੱਸਿਆ, ਜਿਹੜਾ ਧਰਮ ਨੂੰ, ਦਇਆ ਨੂੰ ਕਮਾਉਣਾ ਦੱਸਿਆ ਹੋਇਆ ਹੈ। ਸ੍ਰੇਸ਼ਟ ਪੁਰਖ ਪਾਖੰਤ, ਪਰ ਇਹਨੂੰ ਸ੍ਰੇਸ਼ਟ ਬੁੱਧੀ ਵਾਲੇ ਪੁਰਖ ਹੀ ਕਮਾਉਂਦੇ ਹੈ। ਜਿਨ੍ਹਾਂ ਦੀ ਬੁੱਧੀ ਨੀਵੀਂ ਹੈ, ਅਗਿਆਨ ਦੇ ਵਸ ਹੁੰਦੇ, ਉਹ ਇਸ ਧਰਮ ਨੂੰ, ਦਇਆ ਧਰਮ ਨੂੰ ਨਹੀਂ ਕਮਾ ਸਕਦੇ ਤੇ ਨਹੀਂ ਕਮਾਉਂਦੇ। ਤਾਂ ਤੇ ਸਤਿਗੁਣ ਜੂਥ ਕੋ ਬੁੱਧ ਜਨ ਨਾਵੇ ਹਨੰਤ। ਸੋ ਕਿਉਂ ਕਰਕੇ ਉਹਨਾਂ ਅੰਦਰ ਸ਼ੁਭ ਗੁਣ ਨਹੀਂ ਹੁੰਦੇ, ਬੁੱਧੀ ਉਹਨਾਂ ਦੀ ਹੀਣੀ ਹੁੰਦੀ ਹੈ। ਤਾਂ ਕਰਕੇ ਸ਼ੁਭ ਗੁਣਾਂ ਨੂੰ ਕਮਾਉਣ ਵਾਸਤੇ ਵੀ ਗੁਰੂ ਮੱਤ ਚਾਹੀਦੀ, ਤੇ ਗੁਰੂ ਨਾਲ ਰਿਸ਼ਤਾ ਕੋਈ ਬਣਾਇਆ ਨਹੀਂ ਹੁੰਦਾ। ਬਾਣੀ ਦੇ ਨਾਲ ਜੁੜ ਕਰਕੇ ਕੋਈ ਨਿਤਨੇਮ ਨਹੀਂ ਹੈ, ਕੋਈ ਸੰਗਤ ਨਹੀਂ ਹੈ, ਕਥਾ ਪੁਨੀਤ ਨਾ ਚਾਲੇ, ਇੱਧਰ ਨੂੰ ਉਦਮ ਕੋਈ ਨਹੀਂ ਕਰਦੇ। ਤਾਂ ਕਰਕੇ ਹੁੰਦਾ ਜੋ ਹਿੰਸਕ ਜੀਵਨ ਹਨ ਤਾਂ ਕੋ ਨਿਰਦੈ ਜਾਣ। ਇੱਥੋਂ ਤੱਕ ਆਖਿਆ ਹੋਇਆ ਜੋ ਜੀਵਾਂ ਨੂੰ ਹਿੰਸਾ ਦੇ ਨਾਲ, ਉਹਨਾਂ 'ਤੇ ਕਿਸੇ ਵੀ ਪ੍ਰਕਾਰ ਨਾਲ ਜ਼ੁਲਮ ਕਰਦਾ ਹੈ, ਉਹਨੂੰ ਨਿਰਦੈ ਜਾਣ, ਉਹਨੂੰ ਦਇਆ ਤੋਂ ਰਹਿਤ ਜਾਣੋ। ਉਹ ਨਿਰਦਈ ਹੈ, ਉਹਦੇ ਅੰਦਰ ਦਇਆ ਨਹੀਂ ਹੈ। ਨਰਕ ਮਾਹੀ ਸੋਈ ਜਾਤ ਹੈ, ਸ਼ੁਭ ਮਾਰੇ ਬਵਹਾਨ। ਜਿਹੜੇ ਬਹੁਤਿਆਂ ਨੂੰ ਸੋ ਮਾਰ ਕਰਕੇ ਤੇ ਆਪਣਾ ਪੇਟ ਭਰਦਾ ਜਾਂ ਮੂੰਹ ਦੇ ਸਵਾਦ ਵਾਸਤੇ ਭਰਦਾ, ਨਰਕ ਮਾਹੀ ਸੋਈ ਜਾਤ ਹੈ। ਮਹਾਰਾਜ ਜੀ ਅਤੇ ਵੱਡੇ ਵੱਡੇ ਵਿਦਵਾਨ ਮਹਾਂਪੁਰਸ਼ ਬਾਣੀ ਆਦਿਕ ਸਾਰੇ ਹੀ ਇਹ ਕਹਿੰਦੇ ਵੀ ਨਰਕਾਂ ਨੂੰ ਜਾਣਾ ਪੈਂਦਾ ਫਿਰ। ਸੋ ਨਰਕ ਸੋਈ ਜਾਤ ਹੈ, ਸ਼ੁਭ ਮਾਰੇ ਬਵਹਾਨ। ਸੋ ਇਸ ਪ੍ਰਕਾਰ ਨਾਲ ਜਿਹਨੇ ਬਹੁਤੇ ਜੀਵਾਂ ਨੂੰ ਹਾਨ ਤੋਂ ਪਵ ਹਾਨੀ ਕਰ ਦਿੰਦਾ, ਕਿਸੇ ਉਹਨਾਂ ਦੀ ਮੌਤ ਕਰ ਦਿੰਦਾ ਹੈ। ਇਹ ਕਿਸੇ ਵੀ ਪ੍ਰਕਾਰ ਨਾਲ ਭਈ ਮਨ ਨੂੰ ਦਿਖਾਉਣਾ ਵੀ ਹਿੰਸਾ ਹੋ ਜਾਂਦੀ ਹੈ। ਐਵੇਂ ਲੜਾਈ ਝਗੜਾ ਕਰੀ ਜਾਣਾ,
ਜਾਂ ਦੂਸਰੇ ਨੂੰ ਨੀਵਾਂ ਸਮਝਣਾ ਅਤੇ ਆਪਣੇ ਆਪ ਨੂੰ ਹੰਕਾਰ ਵਿੱਚ ਉੱਪਰ ਸਮਝਣਾ, ਇਹ ਵੀ ਹਿੰਸਾ ਵਿੱਚ ਹੀ ਆ ਜਾਂਦਾ। ਇਹ ਸਾਰੇ ਪਾਸਿਓਂ ਬਚਣਾ ਇਹ ਪਹਿਲਾ ਵਿਕਾਰ ਹੈ, ਮਹਾਂਪਾਪ ਹੈ, ਜਿਸ ਤੋਂ ਵਰਜਿਤ ਕਰਦੀ ਹੈ ਬਾਣੀ। ਕਵਿਤ ਇੱਕ ਬੜੀ ਵਧੀਆ ਲਿਖੀ ਹੋਈ ਕਿਸੇ ਵਿਦਵਾਨ ਨੇ, ਜੀਵਾਂ ਉੱਤੇ ਦਇਆ ਕਰੇ, ਹਿੰਸਾ ਦਾ ਤਿਆਗ ਕਰ, ਧਰਮ ਦਾ ਮੁੱਢ ਇਹੋ ਜਗ ਵਿੱਚ ਜਾਣ ਜੇ। ਧਰਮ ਦਾ ਮੁੱਢ ਹੀ ਦਇਆ ਹੈ, ਜੇ ਦਇਆ ਨਹੀਂ ਤਾਂ ਪਰ ਧਰਮੀ ਵੀ ਨਹੀਂ। ਇਹ ਸਾਰੇ ਹੀ ਵਿਦਵਾਨ ਬਾਣੀ ਵੀ ਕਹਿੰਦੇ। ਸੋ ਜੀਵਾਂ ਉੱਤੇ ਦਇਆ ਕਰੇ, ਹਿੰਸਾ ਦਾ ਤਿਆਗ ਕਰ, ਧਰਮ ਦਾ ਮੁੱਢ ਇਹੋ ਜਗ ਵਿੱਚ ਜਾਣ ਜੀ। ਪਾਪੀ ਜਿਹੜਾ ਜੀਵ ਹੋਵੇ ਉਸ ਦਾ ਨਾ ਬੇਲੀ ਕੋਈ। ਜਿਹੜਾ ਪਾਪੀ ਹੁੰਦਾ, ਪਾਪ ਕਮਾਉਂਦਾ, ਉਹਦਾ ਬੇਲੀ ਅੰਤਕਾਲ ਨੂੰ ਕੋਈ ਨਹੀਂ ਬਣਦਾ। ਖਾਣ ਵੇਲੇ ਸਾਰੇ ਹੀ ਯਾਰ ਹੁੰਦੇ ਆ, ਅੰਤ ਨੂੰ ਕਿਸੇ ਨੇ ਨਾਲ ਨਹੀਂ ਤੁਰਨਾ। ਪਾਪੀ ਜਿਹੜਾ ਜੀਵ ਹੋਵੇ ਉਸ ਦਾ ਨਾ ਬੇਲੀ ਕੋਈ। ਸਤਿਗੁਰੂ ਬਾਣੀ ਵਿੱਚ ਆਪ ਫੁਰਮਾਨ ਜੀ। ਬਾਣੀ ਦੇ ਵਿੱਚ ਆਖਿਆ ਹੋਇਆ ਮਹਾਰਾਜ ਨੇ, ਅੰਨ ਕਾਏ ਰਾਤੜਿਆ ਵਾਟ ਦੁਗੇਨੀ ਰਾਮ, ਪਾਪ ਕਮਾਵਦ ਤੇਰਾ ਕੋਏ ਨਾ ਬੇਲੀ ਰਾਮ। ਬਾਣੀ ਦੱਸਦੀ ਹੈ। ਸੋ ਸਤਿਗੁਰਾਂ ਦੀ ਬਾਣੀ ਆਪ ਫੁਰਮਾਨ ਕਰਦੀ ਇਸ ਬਾਰੇ। ਪਾਪ ਕਮਾਉਣ ਵਿੱਚ ਤੁਹਾਡੇ ਨਾਲ ਸੋ ਖਾਣ ਪੀਣ ਨੂੰ ਸਾਰੇ ਹੀ ਹੁੰਦੇ ਆ, ਲੇਖਾ ਦੇਣ ਵੇਲੇ ਕਿਸੇ ਨੇ ਨਾਲ ਨਹੀਂ ਤੁਰਨਾ। ਅੰਤਕਾਲ ਨੂੰ ਬੇਲੀ ਕਿਸੇ ਨੇ ਨਹੀਂ ਬਣਨਾ ਭਾਈ, ਤਾਂ ਸੁਚੇਤ ਹੋ ਜਾਓ। ਸੋ ਹਿੰਸਾ ਨੂੰ ਤਿਆਗ ਜਿਹੜੇ ਹੋਏ ਪਰਮਾਤਮਾ ਨੇ, ਸੋ ਹਿੰਸਾ ਨੂੰ ਤਿਆਗ ਜਿਹੜੇ ਹੋਏ ਪਰਮਾਤਮਾ ਨੇ, ਰਾਤ ਦਿਨ ਜਗ ਵਿੱਚ ਸੋ